Today we will study transcription unit. So transcription unit, it is the sequence of nucleotides in DNA that codes for the single RNA. ਇਹ ਸੀਕੁਐਂਸਿਸ ਹੁੰਦੀਆਂ ਹੈ DNA ਦੇ ਵਿੱਚ ਜਿਹੜੀਆਂ ਕਿ ਨਿਊਕਲੀਓਟਾਈਡਸ ਦੀਆਂ ਬਣੀਆਂ ਹੁੰਦੀਆਂ ਹੈ ਔਰ ਇਹ ਕੋਡ ਕਰਦੀਆਂ ਹੈ ਸਿੰਗਲ RNA ਨੂੰ। ਸੋ ਉਸ ਸੈਗਮੈਂਟ ਨੂੰ ਅਸੀਂ ਕਹਾਂਗੇ ਟ੍ਰਾਂਸਕ੍ਰਿਪਸ਼ਨ ਯੂਨਿਟ। ਸੋ ਇਹ ਜਿਸ ਤਰ੍ਹਾਂ DNA ਹੈ ਇਹਦੇ ਵਿੱਚ ਕੋਈ ਇੰਨੀ ਯੂਨਿਟਸ ਹੋਣਗੀਆਂ ਜਿਹਦੇ ਵਿੱਚ ਕਿ ਇੱਕ ਪ੍ਰਮੋਟਰ ਹੋਏਗਾ, ਇੱਕ ਟਰਮੀਨੇਟਰ ਹੋਏਗਾ ਔਰ ਵਿੱਚ ਸਟਰਕਚਰਲ ਜੀਨਸ ਹੋਣਗੀਆਂ। ਪੂਰੇ DNA ਦੇ ਵਿੱਚ ਇਸ ਤਰ੍ਹਾਂ ਹੋਰ ਵੀ ਇਹਦੇ ਵਿੱਚ ਟ੍ਰਾਂਸਕ੍ਰਿਪਸ਼ਨ ਯੂਨਿਟਸ ਹੋ ਸਕਦੀਆਂ। ਸੋ ਇੱਕ ਤਰ੍ਹਾਂ ਦੀ ਜਿਹੜੀ ਟ੍ਰਾਂਸਕ੍ਰਿਪਸ਼ਨ ਯੂਨਿਟ ਹੈ ਇਹ ਸੀਕੁਐਂਸ ਹੈ, ਇੱਕ ਲੜੀ ਹੈ ਨਿਊਕਲੀਓਟਾਈਡਸ ਦੀ ਇਨ ਦੀ DNA that is coding for the particular RNA। ਇਸ ਤੋਂ RNA ਬਣਨਾ ਜਾਂ ਸਿੰਪਲ ਵਰਡਸ ਵਿੱਚ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ DNA ਪਾਰਟ ਵਿਚ ਇਜ਼ ਰਿਸਪੋਂਸੀਬਲ ਫॉर द ਫੋਰਮੇਸ਼ਨ ਆਫ RNA। DNA ਦੇ ਉਹ ਹਿੱਸੇ ਤੋਂ ਜਿਸ ਤੋਂ ਕਿ RNA ਬਣਦਾ ਹੈ ਅਤੇ ਉਸ ਨੂੰ ਅਸੀਂ ਕਹਾਂਗੇ ਟ੍ਰਾਂਸਕ੍ਰਿਪਸ਼ਨਲ ਯੂਨਿਟ। ਟ੍ਰਾਂਸਕ੍ਰਿਪਸ਼ਨ ਯੂਨਿਟ ਆਫ ਇਨ DNA ਇਜ਼ ਡਿਫਾਈਨਡ ਬਾਈ ਦ 3 ਰੀਜਨਸ। ਇਹਦਾ ਜੇ ਅਸੀਂ ਸਟਰਕਚਰ ਦੇਖੀਏ ਤਾਂ ਇਸ ਦੀ ਸੈਗਮੈਂਟ ਦੇ 3 ਪਾਰਟਸ ਹੈ। ਵਨ ਇਜ਼ ਪ੍ਰਮੋਟਰ, ਦੂਸਰਾ ਸਟਰਕਚਰਲ ਜੀਨ ਹੈ ਅਤੇ ਤੀਸਰਾ ਟਰਮੀਨੇਟਰ ਹੈ। ਸੋ ਜਿਹੜਾ ਪ੍ਰਮੋਟਰ ਹੈ that consists of that will is the point or the place where the transcription start ਹੋਏਗੀ ਔਰ ਜਿਹੜੀ ਸਟਰਕਚਰਲ ਜੀਨਸ ਹੋਣਗੀਆਂ that will be the place where transcription actually occurs, ਜਿੱਥੇ ਟ੍ਰਾਂਸਕ੍ਰਿਪਸ਼ਨ ਹੋ ਰਹੀ ਹੈ। ਔਰ ਟਰਮੀਨੇਟਰ ਉਹ ਜਗ੍ਹਾ ਹੋਏਗੀ ਜਿੱਥੇ ਕਿ ਟ੍ਰਾਂਸਕ੍ਰਿਪਸ਼ਨ ਖਤਮ ਹੋ ਗਈ। ਸੋ ਇਹ ਇੱਕ ਸਿੰਪਲ ਡਾਇਗਰਾਮ ਹੈ ਜਿਹਦੇ ਵਿੱਚ ਕਿ DNA ਦੀ ਸੈਗਮੈਂਟਸ ਹੈ ਔਰ ਦਿਸ ਇਜ਼ ਪ੍ਰਮੋਟਰ ਹੈ ਔਰ ਇਹ ਟਰਮੀਨੇਟਰ ਹੈ ਔਰ ਇਹਨਾਂ ਦੇ ਵਿਚਕਾਰ ਹੈ ਸਟਰਕਚਰਲ ਜੀ। ਸੋ ਕਿ ਇਹ ਕੋਈ ਵੀ ਏਰੀਆ ਜਾਂ ਕੋਈ ਵੀ ਇਸ ਤਰ੍ਹਾਂ ਦੀ ਪਲੇਸ ਹੋ ਸਕਦੀ ਹੈ DNA ਦੇ ਵਿੱਚ ਜਿਹੜੀ ਕਿ ਸੀਕੁਐਂਸਿਸ ਆਫ ਨਿਊਕਲੀਓਟਾਈਡਸ ਹੈ DNA ਦੇ ਵਿੱਚ ਜਿਹੜਾ ਕਿ RNA ਬਣਾਏਗਾ। ਸੋ ਆਪਾਂ ਇਹਦੇ 3 ਪਾਰਟਸ ਵੀ ਕਰ ਲਏ। ਨਾਓ 2 strands of DNA has polarity। ਆਪਾਂ ਨੂੰ ਪਤਾ ਹੈ ਕਿ DNA ਦੇ ਸਟ੍ਰੈਂਡਸ ਦੀ ਪੋਲੈਰਿਟੀ ਹੁੰਦੀ ਹੈ ਐਂਡ ਦ DNA ਡਿਪੈਂਡੈਂਟ RNA ਪੋਲੀਮਰੇਜ਼। ਕਿਉਂਕਿ DNA ਡਿਪੈਂਡੈਂਟ RNA ਪੋਲੀਮਰੇਜ਼ ਦਾ ਮਤਲਬ ਹੈ ਕਿ DNA ਤੋਂ RNA ਬਣਨਾ ਹੈ ਅਤੇ ਉਹਦੇ ਲਈ ਜਿਹੜੀ ਐਂਜ਼ਾਈਮ ਚਾਹੀਦੀ ਹੈ ਦੈਟ ਇਜ਼ DNA ਡਿਪੈਂਡੈਂਟ RNA ਪੋਲੀਮਰੇਜ਼। ਸੋ ਇਟ ਆਲਸੋ ਕੈਟਾਲਾਈਜ਼ਿਜ਼ ਦ ਪੋਲੀਮਰਾਈਜੇਸ਼ਨ ਇਨ ਵਨ ਡਾਇਰੈਕਸ਼ਨ। ਇਹ ਪੋਲੀਮਰਾਈਜੇਸ਼ਨ ਹੋਣ ਦੇ ਵਿੱਚ ਹੈਲਪ ਕਰੇਗੀ ਮੀਨਸ ਕਿ ਫੋਰਮੇਸ਼ਨ ਆਫ RNA ਦੇ ਵਿੱਚ ਇਹ ਮਦਦ ਕਰੇਗੀ। ਦੈਟ ਇਜ਼ 5' to 3' ਦੇ ਸਟ੍ਰੈਂਡ ਵੱਲ ਨੂੰ ਇਹ ਮਦਦ ਕਰੇਗੀ। ਦ ਸਟ੍ਰੈਂਡ ਹੈਜ਼ ਦ ਪੋਲੈਰਿਟੀ 3' 5'। ਉਹ ਐਕਟ ਕਰੇਗਾ ਐਸ ਅ ਟੈਂਪਲੇਟ। ਟੈਂਪਲੇਟ ਮੀਨਸ ਜਿਸ ਤੋਂ RNA ਬਣੇਗਾ that will be the template strand and also called as a template strand। ਸੋ ਜੇ ਇਹ DNA ਹੈ ਅਤੇ ਇਹਦਾ ਇਹ 3 to 5 ਹੈ ਇੱਕ ਸਟ੍ਰੈਂਡ ਦਾ, ਦੂਸਰੇ ਦੀ ਪੋਲੈਰਿਟੀ ਹੋਏਗੀ 5' to 3' ਔਰ ਜਿਸ ਤੋਂ RNA ਬਣੇਗਾ that will be known as template strand। now next ਸੋ ਇੱਕ ਇਹ ਟ੍ਰਾਂਸਕ੍ਰਿਪਸ਼ਨਲ ਯੂਨਿਟ ਹੈ ਜਿਹੜੀ ਕਿ 3 ਪਾਰਟਸ ਹੈ ਆਪਾਂ ਪੜ੍ਹਿਆ ਹੈ ਹੁਣ। ਦੀ ਅਦਰ ਸਟ੍ਰੈਂਡ ਵਿਚ ਹੈਜ਼ ਦ ਪੋਲੈਰਿਟੀ 5' to 3' ਹੈਜ਼ ਦ ਸੇਮ ਬੇਸ ਪੇਅਰਸ ਦੈਟ ਆਫ ਮੈਸੇਂਜਰ RNA। ਹੁਣ ਜਿਹੜੀ ਫਸਟ ਸਟ੍ਰੈਂਡ ਹੈ ਦੈਟ ਇਜ਼ 5' to 3' ਇਹ ਵਾਲਾ ਔਰ ਇਹਦੇ ਵਿੱਚ ਜਿਹੜੀ ਦਿਸ ਇਜ਼ ਐਕਟਿੰਗ ਐਸ ਅ ਟੈਂਪਲੇਟ ਔਰ ਇਹਦੀ ਕਾਪੀ ਸੇਮ ਮੈਸੇਂਜਰ RNA ਦੇ ਵਿੱਚ ਉਹੀ ਜਿਹੜੀਆਂ ਇਹਦੇ ਵਿੱਚ ਨਿਊਕਲੀਓਟਾਈਡਸ ਹੋਣਗੀਆਂ ਜਿਹੜੀਆਂ ਕਿ ਟੈਂਪਲੇਟ ਵਿੱਚ ਹੈ। ਸਿਰਫ ਦਾ ਡਿਫਰੈਂਸ ਵਿਲ ਵੀ ਕਿ A ਦੀ ਜਗ੍ਹਾ 'ਤੇ ਦੈਟ ਵਿਲ ਬੀ ਯੂਰਾਸਿਲ ਕਿਉਂਕਿ ਇਹ RNA ਹੈ। ਸੋ ਦੀ ਅਦਰ ਸਟ੍ਰੈਂਡ ਜਿਹੜਾ ਹੈਗਾ ਹੈ ਹੈਜ਼ ਅ ਪੋਲੈਰਿਟੀ ਆਫ 5' to 3' ਐਂਡ ਨੀਚੇ ਵਾਲਾ। ਸੋ ਹੈਜ਼ ਦਾ ਇਹਦੀ ਜਿਹੜੀ ਹੁਣ ਬੇਸ ਪੇਅਰਸ ਹੋਣਗੇ ਦੈਟ ਵਿਲ ਬੀ ਸੇਮ ਟੂ ਦੈਟ ਆਫ ਮੈਸੇਂਜਰ RNA। ਬਟ ਮੇਨ ਇਹਨਾਂ ਦਾ ਆਪਾਂ ਡਿਫਰੈਂਸ ਕੀ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਜਿਹੜਾ ਥਾਇਆਮੀਨ ਦੀ ਜਗ੍ਹਾ 'ਤੇ ਯੂਰਾਸਿਲ ਹੋਏਗਾ।
So RNA has uracil. This strand is not involved in the formation of RNA. In RNA ਦੇ ਬਣਾਉਣ ਦੇ ਵਿੱਚ ਇਹ strand ਦੀ involvement नहीं होएगी। this one सिर्फ ऊपर वाले स्टैंड की इन्वॉल्वमेंट होएगी इन द फॉर्मेशन ऑफ मैसेंजर RNA. This strand is not involved in the formation of RNA, so this DNA strand does not code, but still it is called the coding strand. कि ये कुछ नहीं कोड कर रहा, ओनली ये ਜਿਹੜਾ ਐਕਟ मीनस कि ये कोई ये कोडिंग नहीं कर रहा मैसेंजर RNA बनाने नूं, बट फिर भी इनू कोडिंग स्ट्रैंड किया जाता है। Now all the references point while defining a transcription unit is made with the coding strand. जिन्ने भी हुण असी references देने हैं जां असी promoter end दसना है जां terminator end दसना है, असी सारे references लवांगे coding strand दे अकॉर्डिंग टू द कोडिंग स्ट्रैंड। सो एग्जाम्पल है कि जे असी कहांगे कि प्रमोटर ऑन दी 5 एंड, दैट मीनस कि जेड़ा कोडिंग दा 5 एंड है उधर है प्रमोटर, टर्मीनेटर असी कहांगे ऑन दी 3 एंड इस साइड ते। सो वी विल ऑलवेज कंसीडर कोडिंग स्ट्रैंड जेड़ा कि है मेन रेफरेंस पॉइंट मन्निया जाएगा। So let us discuss the promoter and the terminator are on the sides of the structural genes. Promoter भी एक साइड ते है structural genes दे, और जेड़ी terminator है वो एक साइड ते है the structural gene दे। The promoter is located on the 5 end, so असी इनू reference मनना coding strand नू। the 5 end है जेड़ा इहदा उस साइड ते प्रमोटर है इहदा इज़ लोकेटेड ऑन द 5 एंड। इनू असी अपस्ट्रीम ऑफ स्ट्रक्चरल जीन भी कह सकते हैं क्योंकि ये अगे है, इहदे स्ट्रक्चरल जीन्स ते अगे है, देयरफॉर इट इज़ नोन एज अपस्ट्रीम ऑफ स्ट्रक्चरल जीन। सो प्रमोटर DNA सीक्वेंस दैट प्रोवाइड्स बाइंडिंग साइट फॉर द RNA पॉलीमरेज। ये प्रमोटर ते एक साइट है जिहड़ी कि हैल्प करती है DNA पॉलीमरेज नू बाइंड करने लई, और जिहड़ी ट्रांसक्रिप्शन है वो स्टार्ट होएगी। नाउ प्रमोटर ऑल्सो डिफाइंस द टैंपलेट एंड द कोडिंग साइट, और जिहड़ा प्रमोटर है ये दसदा है कि किहड़ा इहदे विच टैंपलेट है और किहड़ा इहदे विच कोडिंग स्ट्रैंड है। सो द टर्मीनेटर इज़ लोकेटेड ऑन द 3 एंड। जिहड़ा टर्मीनेटर है उन्होंने असी कोडिंग स्ट्रैंड की रैफरेंस देखते हुए वो हैगा 3 एंड ते एंड साइड ते ऑफ द कोडिंग स्ट्रैंड। ऑल्सो इन्हों असी डाउन स्ट्रीम भी कह दें क्योंकि स्ट्रक्चरल जीन्स तो परां वाली साइड ते है। इट ऑल्सो डिफाइंस द एंड ऑफ टर्मीनेशन, इत्थे आके टर्मीनेशन खत्म हो जाती। सो जड़ियाँ दी स्ट्रक्चरल जीन्स है उत्थे एक्चुअल ट्रांसक्रिप्शन हो रही है, एक्चुअल जड़ी है ट्रांसक्रिप्शन इज़ अकरिंग इन दैट एरिया। So when RNA reaches the terminator, it is then removed. So this completes transcription.